ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ। ਜੈ ਗੁਰਦੇਵ, ਧੰਨ ਗੁਰਦੇਵ। ਅੱਜ ਦੇ ਪਾਵਨ ਤੇ ਪਵਿੱਤਰ ਸ਼ਲੋਕਾਂ ਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਜੀਵਾਂ ਨੂੰ ਉੱਤਮ ਕਰਮ ਅਤੇ ਨਿਸ਼ਕਾਮ ਕਰਮ ਕਰਨ ਦਾ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਭਾਈ ਅਸੀਂ ਸਭ ਤੋਂ ਪਹਿਲਾਂ ਤਾਂ ਇਸ ਪਾਵਨ ਪਵਿੱਤਰ ਜੀਵਨ ਦੇ ਵਿੱਚ, ਕਿਉਂਕਿ ਜੋ ਮਨੁੱਖਾ ਸਰੀਰ ਹੈ ਸਾਧ ਸੰਗਤ ਜੀ ਐਸੇ ਨਹੀਂ ਮਿਲਿਆ ਸਾਨੂੰ, ਇਹ ਬੜਾ ਸੌਖਾ ਨਹੀਂ ਜੀ ਮਿਲਿਆ। ਸਤਿਗੁਰੂ ਜੀ ਫਰਮਾਉਂਦੇ ਨੇ ਦੁਰਲਭ ਜਨਮ ਪੁੰਨ ਫਲ ਪਾਇਓ ਬਿਰਥਾ ਜਾਤਾ ਵਿਵੇਕ। ਤੇ ਇਸ ਦੀ ਵਿਚਾਰ ਕਰਦੇ ਹੋਏ ਸਾਨੂੰ ਜੋ ਵੀ ਕਰਮ ਕਰਨੇ ਚਾਹੀਦੇ ਨੇ, ਸਤਿਗੁਰੂ ਜੀ ਫਰਮਾਉਂਦੇ ਭਾਈ ਉਹ ਐਸੇ ਹੋਣ ਮਨੁੱਖਤਾ ਦੀ ਭਲਾਈ ਦੇ ਲਈ, ਆਪਣੀ ਭਲਾਈ ਦੇ ਲਈ। ਤੇ ਹਰ ਕਰਮ ਸਾਨੂੰ ਐਸਾ ਕਰਨਾ ਚਾਹੀਦਾ ਹੈ ਜੋ ਸੱਚ ਦੇ ਮਾਰਗ ਤੇ ਚੱਲਦਾ ਹੋਵੇ। ਕਰਮ ਬੰਧਨ ਮਹਿ ਰਮ ਰਿਓ ਫਲ ਕੀ ਤਜਿਓ ਆਸ। ਕਰਮ ਮਨੁੱਖ ਕੋ ਧਰਮ ਹੈ ਸਤ ਪਾਖੈ ਰਵਿਦਾਸ। ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਜੀਵ ਕਰਮਾਂ ਦੇ ਬੰਧਨ ਵਿੱਚ ਫਸਿਆ ਰਹਿੰਦਾ ਹੈ ਤੇ ਫਲ ਦੀ ਆਸ ਨਹੀਂ ਜੇ ਤਿਆਗਦਾ। ਭਾਵੇਂ ਜੋ ਜੀਵ ਹੈ ਨਾ ਸਾਧ ਸੰਗਤ, ਜੋ ਨਿਸ਼ਕਾਮ ਕਰਮ ਨਹੀਂ ਜੇ ਕਰਦਾ, ਇਹ ਕਰਮ ਕਰਦਾ ਹੈ ਫਿਰ ਉਸ ਤੋਂ ਆਸ ਰੱਖਦਾ ਹੈ। ਜਿਵੇਂ ਬਹੁਤੇ ਜੀਵ ਨੇ ਪਹਿਲਾਂ ਸੇਵਾ ਕਰਦੇ ਨੇ ਸਾਧ ਸੰਗਤ ਜੀ, ਫਿਰ ਉਹ ਸੇਵਾ ਕਰਦੇ ਕਰਦੇ ਇਹ ਚਾਹੁੰਦੇ ਨੇ ਕਿ ਭਾਈ ਸਾਡਾ ਮਾਣ ਸਤਿਕਾਰ ਹੋਵੇ। ਜਿਨ੍ਹਾਂ ਨੇ ਪ੍ਰੋਗਰਾਮ ਕਰਵਾਇਆ ਹੈ, ਸਤਸੰਗ ਕੀਰਤਨ ਕਰਵਾਇਆ ਹੈ, ਉਹ ਸਾਡਾ ਮਾਣ ਸਤਿਕਾਰ ਕਰਨ। ਬਹੁਤੇ ਸੇਵਾਦਾਰ ਐਸੇ ਨੇ ਸਾਧ ਸੰਗਤ ਜੀ, ਜੇਕਰ ਉਹਨਾਂ ਦਾ ਮਾਣ ਸਤਿਕਾਰ ਨਾ ਕੀਤਾ ਜਾਵੇ ਤਾਂ ਉਹ ਨਾਰਾਜ਼ ਹੋ ਜਾਂਦੇ ਨੇ। ਬਹੁਤੇ ਜੀਵ ਐਸੇ ਨੇ ਤੇ ਬਹੁਤੇ ਜੀਵ ਐਸੇ ਵੀ ਨੇ ਸਾਧ ਸੰਗਤ ਜੀ ਜੋ ਪਹਿਲਾਂ ਕਰਮ ਕਰਦੇ ਨੇ, ਉਪਕਾਰ ਕਰਦੇ ਨੇ, ਬਾਅਦ ਚ ਗਿਣਾਉਂਦੇ ਨੇ ਭਾਈ ਅਸੀਂ ਇਹ ਕੁਝ ਕੀਤਾ ਹੈ। ਪਰ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਭਾਈ ਸੱਚ ਦੇ ਮਾਰਗ ਤੇ ਚੱਲੋ, ਸੱਚ ਦੇ ਕਰਮ ਕਰੋ, ਸੱਚ ਤੇ ਚੱਲਣ ਵਾਲੇ। ਪਰ ਸਾਧ ਸੰਗਤ ਜੀ ਜਦੋਂ ਵੀ ਅਸੀਂ ਸੇਵਾ ਕਰਨੀ ਹੈ, ਚਾਹੇ ਫਿਰ ਉਹ ਮਨੁੱਖਤਾ ਦੀ ਸੇਵਾ ਕਿਉਂ ਨਾ ਹੋਵੇ, ਚਾਹੇ ਉਹ ਆਪਣੇ ਆਪ ਨੂੰ ਅੱਗੇ ਲੈ ਜਾਣ ਦਾ ਕਾਰਜ ਕਿਉਂ ਨਾ ਹੋਵੇ, ਪਰਿਵਾਰ ਲਈ ਕਾਰਜ ਕਿਉਂ ਨਾ ਹੋਵੇ, ਤਾਂ ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਨੇ ਕਰਮ ਮਨੁੱਖ ਕੋ ਧਰਮ ਹੈ ਸਤ ਪਾਖੈ ਰਵਿਦਾਸ। ਕਿ ਭਾਈ ਨਿਸ਼ਕਾਮ ਕਰਮ ਕਰਨਾ ਸਾਡਾ ਧਰਮ ਹੈ, ਕਰਨਾ ਚਾਹੀਦਾ ਹੈ। ਪਰ ਸ੍ਰੇਸ਼ਟ ਕਰਮ ਕਰਨੇ ਹੀ ਮਨੁੱਖ ਦਾ ਧਰਮ ਹੈ। ਤੇ ਸਤਿਗੁਰੂ ਜੀ ਫਰਮਾਉਂਦੇ ਮੈਂ ਸੱਚ ਕਹਿੰਦਾ ਹਾਂ ਸੱਚ ਪਾਖੈ ਰਵਿਦਾਸ। ਤੇ ਸਾਧ ਸੰਗਤ ਜੀ ਜਦੋਂ ਕੋਈ ਬਹੁਤ ਵੱਡੀ ਗੱਲ ਕਹਿਣੀ ਹੋਵੇ ਨਾ ਕਿ ਭਾਈ ਇਹ ਝੂਠ ਨਹੀਂ ਹੈ ਸੱਚ ਹੈ, ਤੇ ਸਤਿਗੁਰੂ ਜੀ ਤਾਂ ਹੀ ਫਰਮਾਉਂਦੇ ਨੇ ਸੱਚ ਕਹਿ ਰਵਿਦਾਸ। ਸੋ ਬਰਸ ਲੋ ਜਗਤ ਮੈਂ ਜੀਵਤ ਰਹਿ ਕਰ ਕਾਮ। ਰਵਿਦਾਸ ਕਰਮ ਹੀ ਧਰਮ ਹੈ ਕਰਮ ਕਰੋ ਨਿਹਕਾਮ। ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਕਿ ਭਾਈ ਜੇਕਰ 100 ਸਾਲ ਦੀ ਉਮਰ ਇਸ ਸੰਸਾਰ ਦੇ ਵਿੱਚ ਸਾਨੂੰ ਮਿਲ ਜਾਵੇ ਨਾ, ਚਾਹੇ ਸਾਨੂੰ ਉਮਰ ਥੋੜੀ ਬਖਸ਼ੀ ਆ ਪ੍ਰਮਾਤਮਾ ਨੇ, ਕਿਉਂਕਿ ਸਾਧ ਸੰਗਤ ਜੀ ਐਸਾ ਪਰਦਾ ਆ ਜਿਸ ਦਾ ਕਿਸੇ ਨੂੰ ਪਤਾ ਨਹੀਂ ਜੇ ਹੁੰਦਾ। ਪਰ ਸਤਿਗੁਰੂ ਜੀ ਸਮਝਾਣਾ ਕਰਦੇ ਨੇ ਭਾਈ ਜਿੰਨੀ ਵੀ ਉਮਰ ਸਾਡੀ ਬਖਸ਼ਿਸ਼ ਹੋਈ ਆ ਪ੍ਰਮਾਤਮਾ ਵੱਲੋਂ ਸਾਨੂੰ ਨਹੀਂ ਜੇ ਪਤਾ, ਪਰ ਸਾਨੂੰ ਕਰਮ ਐਸੇ ਕਰਨੇ ਚਾਹੀਦੇ ਨੇ ਕਿ ਜਦੋਂ ਸਾਡਾ ਅੰਤ ਸਮਾਂ ਆਵੇ ਨਾ ਸਾਧ ਸੰਗਤ ਜੀ, ਅਸੀਂ ਮੁਸਕਰਾਉਂਦੇ ਹੋਏ ਇਸ ਸੰਸਾਰ ਤੋਂ ਜਾਈਏ। ਜਾਣ ਲੱਗੇ ਸਾਨੂੰ ਕਿਸੇ ਪ੍ਰਕਾਰ ਦਾ ਦੁੱਖ ਨਾ ਹੋਵੇ, ਗਮ ਨਾ ਹੋਵੇ। ਜਦੋਂ ਇਸ ਸੰਸਾਰ ਨੂੰ ਅਸੀਂ ਅਲਵਿਦਾ ਕਹੀਏ ਸਾਡੇ ਚਿਹਰੇ ਤੇ ਇੱਕ ਮੁਸਕਰਾਹਟ ਹੋਣੀ ਚਾਹੀਦੀ ਹੈ ਸਾਧ ਸੰਗਤ ਜੀ। ਇਸ ਲਈ ਸਤਿਗੁਰੂ ਜੀ ਫਰਮਾਉਂਦੇ ਨੇ 16 ਬਰਸ ਲੋ ਜਗਤ ਮੈਂ ਜੀਵਤ ਰਹਿ ਕਰ ਕਾਮ। ਰਵਿਦਾਸ ਕਰਮ ਹੀ ਧਰਮ ਹੈ ਕਰਮ ਕਰੋ ਨਿਹਕਾਮ। ਕਿ ਕਰਮ ਹੀ ਜੀਵ ਦਾ ਧਰਮ ਹੈ ਸਾਧ ਸੰਗਤ ਜੀ, ਇਸ ਲਈ ਜੀਵ ਨੂੰ ਨਿਸ਼ਕਾਮ ਕਰਮ ਕਰਨੇ ਚਾਹੀਦੇ ਨੇ। ਧਰਮ ਹੈ ਤੈ ਕੀਜੀਐ ਸੋ ਬਰਸ ਲੋਕਾਰ। ਰਵਿਦਾਸ ਕਰਮ ਹੀ ਧਰਮ ਹੈ ਫਲ ਮੈਂ ਨਹੀਂ ਅਧਿਕਾਰ। ਸਾਧ ਸੰਗਤ ਜੀ ਸਾਨੂੰ ਐਸਾ ਜੀਵਨ ਬਤੀਤ ਕਰਨਾ ਚਾਹੀਦਾ ਆ ਕਿ ਭਾਈ ਹਰ ਰੋਜ਼ ਸਾਨੂੰ ਨਿਸ਼ਕਾਮ ਕਰਮ ਕਰਨੇ ਚਾਹੀਦੇ ਨੇ, ਉੱਤਮ ਕਰਮ ਕਰਨੇ ਚਾਹੀਦੇ ਨੇ। ਕਿਉਂਕਿ ਸਾਧ ਸੰਗਤ ਜੀ ਪ੍ਰਮਾਤਮਾ ਦੇ ਦਰਬਾਰ 'ਚ ਜਦ ਸਾਡਾ ਹਿਸਾਬ ਕਿਤਾਬ ਹੋਣਾ ਹੈ ਨਾ, ਉਸ ਸਮੇਂ ਉੱਥੇ ਸਾਡਾ ਇਹ ਨਹੀਂ ਜੀ ਹੋਣਾ ਕਿ ਅਸੀਂ ਕਿੰਨਾ ਪੈਸਾ ਕਮਾਇਆ ਕਿੰਨਾ ਨਹੀਂ ਜੇ ਕਮਾਇਆ। ਉੱਥੇ ਇਹ ਹਿਸਾਬ ਨਹੀਂ ਜੀ ਹੋਣਾ ਕਿ ਭਾਈ ਅਸੀਂ ਕਿੰਨੇ ਮਹਿਲ ਕਿੰਨੇ ਕੋਠੀਆਂ ਪਾ ਕੇ ਗਏ ਹਾਂ, ਕਿੰਨੀਆਂ ਸਾਡੇ ਕੋਲ ਕਾਰਾਂ ਸੀ ਸਾਧ ਸੰਗਤ ਜੀ।
ਸਤਿਗੁਰੂ ਜੀ ਮਿਹਨਤ ਕਰਨ ਤੋਂ ਸਾਨੂੰ ਨਹੀਂ ਜੀ ਰੋਕਦੇ, ਪਰ ਸਤਿਗੁਰੂ ਜੀ ਸਾਨੂੰ ਇਹ ਸਮਝਾਉਂਦੇ ਨੇ, ਭਾਈ ਜਿਹੜੀਆਂ ਅਸੀਂ ਕੋਠੀਆਂ ਕਾਰਾਂ ਬਣਾਉਣੀਆਂ ਨੇ ਨਾ, ਵੱਡੀਆਂ ਵੱਡੀਆਂ ਕਾਰਾਂ ਖਰੀਦਣੀਆਂ ਨੇ, ਉਹ ਮਿਹਨਤ ਨਾਲ ਖਰੀਦਣੀਆਂ ਨੇ। ਤੇ ਮਿਹਨਤ ਹੋਵੇ ਸਾਧ ਸੰਗਤ ਜੀ, ਇਮਾਨਦਾਰੀ ਦੀ ਰੋਟੀ ਕਮਾਣੀ ਅਸੀਂ। ਇਹ ਨਹੀਂ ਹੈ ਕਿ ਬੇਈਮਾਨੀ ਦੀ ਅਸੀਂ ਮਿਹਨਤ ਕਰਾਂਗੇ। ਸਤਿਗੁਰੂ ਜੀ ਫਰਮਾਉਂਦੇ ਨੇ, ਜੀਭਾ ਸੋ ਓਂਕਾਰ ਜਪ ਹੱਥਨ ਸੋ ਗਰਕਾਰ, ਰਾਮ ਮਿਲੇ ਘਰ ਆਇ ਕਰ ਕਹਿ ਰਵਿਦਾਸ ਵਿਚਾਰ। ਨੇਕ ਕਮਾਈ ਜੋ ਕਰੈ ਗ੍ਰਹਿ ਬਨ ਤਜ ਨਾ ਜਾਏ, ਰਵਿਦਾਸ ਪਿਆਰਾ ਰਾਮ ਤੋਂ ਬੈਠ ਰਿਹਾ ਮਨ ਮਾਏ। ਕਿ ਭਾਈ ਜੋ ਨੇਕ ਕਮਾਈ ਕਰਦੇ ਨੇ ਨਾ, ਤੇ ਵਹਿਮਾਂ ਭਰਮਾਂ ਡੰਬਰਾਂ ਪਖੰਡਾਂ 'ਚ ਬੇਈਮਾਨੀਆਂ 'ਚ ਨਹੀਂ ਜੇ ਪੈਂਦੇ, ਉਹਨਾਂ ਨੂੰ ਆਪਣੇ ਅੰਦਰੋਂ ਹੀ ਰੱਬ ਮਿਲ ਜਾਂਦਾ ਹੈ। ਕਹਿ ਰਵਿਦਾਸ ਹੱਥ ਪੈ ਨੇੜੇ, ਕਿ ਉਹ ਸਾਰੀ ਦੁਨੀਆ ਦਾ ਮਾਲਕ ਸਾਡੇ ਹੱਥ ਤੋਂ ਵੀ ਨੇੜੇ ਰਹਿੰਦਾ ਹੈ। ਪਰ ਮਿਲਦਾ ਕਿਸ ਨੂੰ ਸਾਧ ਸੰਗਤ ਜੀ? ਕਿ ਭਾਈ ਜੋ ਪੂਰੇ ਗੁਰੂ ਵਾਲਾ ਹੈ। ਫਿਰ ਉਹ ਨਿਸ਼ਕਾਮ ਕਰਮ ਕਰੇ ਸਾਧ ਸੰਗਤ ਜੀ, ਉਹ ਇਮਾਨਦਾਰੀ ਦੀ ਰੋਟੀ ਕਮਾਵੇ, ਹੱਥਾਂ ਨਾਲ ਕਿਰਤ ਕਮਾਈਆਂ ਕਰਦਾ ਕਰਦਾ ਜੀਵਾਂ ਨਾਲ ਪ੍ਰਮਾਤਮਾ ਦਾ ਸਿਮਰਨ ਕਰੇ। ਤੇ ਇਹੀ ਸਤਿਗੁਰੂ ਜੀ ਅੱਜ ਸਾਨੂੰ ਸਮਝਾ ਰਹੇ ਨੇ ਕਿ ਭਾਈ ਚਾਹੇ ਸਾਡਾ ਜੀਵਨ ਛੋਟਾ ਹੈ ਚਾਹੇ ਵੱਡਾ ਹੈ, ਸਾਨੂੰ ਇਹ ਨਹੀਂ ਜੇ ਪਤਾ ਹੁੰਦਾ, ਪਰ ਹਰ ਸਮੇਂ ਸਾਨੂੰ ਐਸੇ ਕਰਮ ਕਰਨੇ ਚਾਹੀਦੇ ਨੇ ਜੋ ਉੱਤਮ ਹੁੰਦੇ ਨੇ, ਸੱਚ ਦੇ ਮਾਰਗ ਤੇ ਚੱਲਦੇ ਨੇ। 100 ਸਾਲ ਦੇ ਜੀਵਨ ਵਿੱਚ ਵੀ ਜੀਵ ਨੂੰ ਧਰਮ ਅਨੁਸਾਰ ਸ੍ਰੇਸ਼ਟ ਕਰਮ ਕਰਨੇ ਚਾਹੀਦੇ ਨੇ। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ, ਕਰਮ ਹੀ ਸ੍ਰੇਸ਼ਟ ਧਰਮ ਹੈ। ਤੇ ਸਾਧ ਸੰਗਤ ਜੀ ਐਸੇ ਕਰਮ ਕਰਨੇ ਚਾਹੀਦੇ ਨੇ ਕਿ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੋ ਜੀਵ ਆਉਣਗੇ ਨਾ ਸਾਡੇ ਤੋਂ ਬਾਅਦ, ਉਹਨਾਂ ਨੂੰ ਵੀ ਉਸ ਦਾ ਲਾਹਾ ਮਿਲੇ। ਜਿਵੇਂ ਜੋ ਕਾਰਜ ਸਤਿਗੁਰੂ ਰਵਿਦਾਸ ਮਹਾਰਾਜ ਜੀ ਕਰਕੇ ਗਏ, ਜੋ ਮਹਾਨ ਕਾਰਜ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਕਰਕੇ ਗਏ, ਅੱਜ ਵੀ ਉਹਨਾਂ ਦਾ ਅਸਰ ਦਿਖਾਈ ਦਿੰਦਾ ਸਾਧ ਸੰਗਤ ਜੀ। ਜੋ ਕਾਰਜ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਕਰਕੇ ਗਏ, ਅੱਜ ਵੀ ਅਸਰ ਦਿਖਾਈ ਦਿੰਦਾ ਹੈ। ਤੇ ਸਤਿਗੁਰੂ ਜੀ ਫਰਮਾਉਂਦੇ, ਭਾਈ ਇਹੀ ਸਾਡਾ ਧਰਮ ਹੈ ਕਿ ਵੱਧ ਤੋਂ ਵੱਧ ਅਸੀਂ ਕੋਸ਼ਿਸ਼ ਕਰਨੀ ਹੈ ਕਿ ਸੱਚ ਦੇ ਕਰਮ ਕਰੀਏ। ਤੇ ਅਜਿਹੇ ਕਰਮ ਕਰਦੇ ਹੋਏ ਜੀਵ ਨੂੰ ਫਲ ਦੀ ਇੱਛਾ ਨਹੀਂ ਜੇ ਰੱਖਣੀ ਚਾਹੀਦੀ। ਇਹ ਨਹੀਂ ਜੇ ਸੋਚਣਾ ਚਾਹੀਦਾ ਸਾਧ ਸੰਗਤ ਜੀ, ਮੈਂ ਉੱਤਮ ਕਰਮ ਕਰ ਰਿਹਾ ਆ, ਸਮਾਜ ਦੇ ਵਿੱਚ ਮੇਰਾ ਮਾਣ ਸਤਿਕਾਰ ਹੋ। ਤੇ ਸਾਧ ਸੰਗਤ ਜੀ ਜਦੋਂ ਅਸੀਂ ਸੱਚ ਦੇ ਮਾਰਗ ਤੇ ਚੱਲਦੇ ਹਾਂ, ਸਾਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਜੇ ਪੈਂਦੀ ਵੀ ਭਾਈ ਮੈਂ ਸੱਚ ਦੇ ਮਾਰਗ ਤੇ ਚੱਲ ਰਿਹਾ। ਜਦੋਂ ਸੂਰਜ ਉਗਦਾ ਹੈ ਨਾ ਸਾਧ ਸੰਗਤ ਜੀ, ਉਸ ਨੂੰ ਦੱਸਣ ਦੀ ਲੋੜ ਨਹੀਂ ਜੇ ਪੈਂਦੀ ਭਾਈ ਮੈਂ ਉੱਗ ਗਿਆ ਹਾਂ। ਉਸਦੇ ਪ੍ਰਕਾਸ਼ ਹੀ ਦੱਸ ਦਿੰਦਾ ਕਿ ਭਾਈ ਸੂਰਜ ਦਾ ਉਦੈ ਹੋ ਗਿਆ ਹੈ। ਜਦੋਂ ਫੁੱਲ ਖਿੜਦਾ ਹੈ, ਕਿਸੇ ਨੂੰ ਦੱਸਣ ਦੀ ਲੋੜ ਨਹੀਂ ਜੇ ਪੈਂਦੀ ਸਾਧ ਸੰਗਤ ਜੀ ਕਿ ਭਾਈ ਫੁੱਲ ਖਿੜ ਗਿਆ ਹੈ। ਉਹ ਆਪਣੀ ਖੁਸ਼ਬੂ ਨਾਲ ਹੀ ਦੱਸ ਦਿੰਦਾ ਹੈ। ਸਾਧ ਸੰਗਤ ਜੀ ਐਸੇ ਪ੍ਰਕਾਰ ਜਦੋਂ ਅਸੀਂ ਨਿਸ਼ਕਾਮ ਕਰਮ ਕਰਦੇ ਹਾਂ, ਸੱਚ ਦੇ ਮਾਰਗ ਤੇ ਚੱਲਦੇ ਹਾਂ, ਤਾਂ ਸਤਿਗੁਰੂ ਜੀ ਫਰਮਾਉਂਦੇ ਸਾਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਜੇ ਪੈਂਦੀ। ਤੇ ਨਾ ਹੀ ਸਾਧ ਸੰਗਤ ਜੀ ਸਾਨੂੰ ਚੰਗੇ ਕਰਮ ਕਰਕੇ ਗਿਣਾਣੇ ਚਾਹੀਦੇ ਨੇ, ਕਿਸੇ ਤੋਂ ਉਪਕਾਰ ਕਰਕੇ ਸਾਨੂੰ ਗਿਣਾਣਾ ਨਹੀਂ ਜੇ ਚਾਹੀਦਾ। ਧਰਮ ਸਮਝ ਜੋ ਕਾਰ ਹੋਏ, ਓ ਕਰ ਫਲ ਹੋਈ ਈਸ਼ਟ, ਰਵਿਦਾਸ ਕੋ ਵੀ ਕਰਮ ਫਲ ਹੋਏ ਨਹੀਂ ਅਨੀਸ਼ਟ। ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਕਿ ਭਾਈ ਜੋ ਜੀਵ ਆਪਣਾ ਧਰਮ ਸਮਝ ਕੇ ਨਿਸ਼ਕਾਮ ਕਰਮ ਕਰਦਾ ਆ, ਜੋ ਜੀਵ ਆਪਣੇ ਕਰਮਾਂ ਨੂੰ ਹੀ ਧਰਮ ਸਮਝਦਾ ਸਾਧ ਸੰਗਤ ਜੀ, ਉਸ ਨੂੰ ਮਨਿਚਿਤ ਫਲ ਦੀ ਪ੍ਰਾਪਤੀ ਹੁੰਦੀ ਹੈ। ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਕਥਨ ਕਰਦੇ ਨੇ ਕਿ ਭਾਈ ਨਿਸ਼ਕਾਮ ਭਾਵਨਾ ਨਾਲ ਕੀਤਾ ਹੋਇਆ ਕਰਮ ਨਿਸਫਲ ਕਦੇ ਨਹੀਂ ਜੇ ਜਾਂਦਾ ਸਾਧ ਸੰਗਤ। ਇਹ ਨਾ ਸੋਚਿਓ ਸਤਿਗੁਰਾਂ ਦਾ ਫਰਮਾਨ ਹੈ ਕਿ ਭਾਈ ਇੰਨੇ ਕਰਮ ਕੀਤੇ ਨੇ ਨਹੀਂ ਸਫਲ ਚਲੇ ਗਏ। ਨਹੀਂ ਸਾਧ ਸੰਗਤ ਜੀ, ਉਸ ਪ੍ਰਮਾਤਮਾ ਦਾ ਹਿਰਦੇ ਬਹੁਤ ਵੱਡਾ ਹੈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਜਦੋਂ ਸਾਡਾ ਸਾਥ ਦਿੰਦੇ ਨੇ ਨਾ, ਐਸੀ ਲਾਲ ਤੁਧ ਬਿਨ ਕੌਣ ਕਰੈ, ਗਰੀਬ ਨਵਾਜ ਗੁਸਈਆ ਮੇਰਾ ਮਾਥੇ ਛਤਰ ਤਰੇ। ਕਿ ਭਾਈ ਜਦੋਂ ਜੀਵ ਸੱਚ ਦੇ ਮਾਰਗ ਤੇ ਚੱਲਦਾ ਆ, ਤੇ ਸੱਚ ਦੇ ਮਾਰਗ ਤੇ ਚੱਲਦਾ ਚੱਲਦਾ ਨਿਸ਼ਕਾਮ ਕਰਮ ਕਰਦਾ ਆ ਨਾ, ਉਹ ਸਿਰ ਦੇ ਉੱਪਰ ਛਤਰ ਨਿਵਾਜ ਦਿੰਦਾ ਸਾਧ ਸੰਗਤ ਜੀ। ਐਸਾ ਮਹਾਨ ਸਾਡਾ ਸਰੈਬਰ, ਐਸੇ ਮਹਾਨ ਨੇ ਸਾਡੇ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਪਰਮ ਪਿਤਾ ਪ੍ਰਮਾਤਮਾ। ਜਦੋਂ ਗਰੀਬਾਂ ਦਾ ਸਾਥ ਦਿੰਦਾ ਨਾ ਸਾਧ ਸੰਗਤ ਜੀ, ਨੀਚੋਂ ਉੱਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਫਿਰ ਉਹ ਡਰਦਾ ਨਹੀਂ ਹੈ। ਪਰ ਸ਼ਰਤ ਇਹ ਹੈ ਸਾਧ ਸੰਗਤ ਜੀ, ਜਦੋਂ ਅਸੀਂ ਕਰਮ ਕਰੀਏ ਸਾਨੂੰ ਨਿਸ਼ਕਾਮ ਕਰਮ ਕਰਨੇ ਚਾਹੀਦੇ ਨੇ। ਇਹ ਨਹੀਂ ਸੋਚਣਾ ਚਾਹੀਦਾ ਕਿ ਭਾਈ ਮੈਂ ਕਿਸੇ ਦੀ ਭਲਾਈ ਕਰ ਰਿਹਾ ਹਾਂ, ਕਿਸੇ ਦੀ ਮਦਦ ਕਰਕੇ ਸਾਨੂੰ ਗਿਣਾਣੀ ਨਹੀਂ ਜੇ ਚਾਹੀਦੀ। ਰਵਿਦਾਸ ਮਨੁੱਖ ਕਰ ਧਰਮ ਹੈ, ਕਰਮ ਕਰੈ ਦਿਨ ਰਾਤ, ਕਰਮ ਨਹੀਂ ਫਲ ਪਾਵਨਾ, ਨਹੀਂ ਕਹੂੰ ਕੇ ਹਾਥ।
ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਦਿਨ ਰਾਤ ਜੀਵ ਨੂੰ ਸ਼ੁਭ ਕਰਮ ਕਰਨੇ ਚਾਹੀਦੇ ਨੇ, ਇਹੀ ਉਸ ਦਾ ਧਰਮ ਹੈ। ਰਵਿਦਾਸ ਮਨੁੱਖ ਕਰ ਧਰਮ ਹੈ, ਕਰਮ ਕਰੈ ਦਿਨ ਰਾਤ, ਕਰਮ ਨਹੀਂ ਫਲ ਪਾਵਨਾ ਨਹੀਂ ਕਹੂੰ ਕਿਹਾ। ਤੇ ਸਾਧ ਸੰਗਤ ਜੀ ਸ਼ੁਭ ਕਰਮ ਕਰਨੇ ਹੀ ਸਾਡਾ ਧਰਮ ਹੈ। ਤੇ ਗੌਰ ਕਰਨਾ ਸਾਧ ਸੰਗਤ ਜੀ, ਜਿੰਨੇ ਵੀ ਸਾਡੇ ਮਹਾਨ ਪੁਰਸ਼ ਹੋਏ ਨੇ, ਰਹਿਬਰ ਹੋਏ ਨੇ, ਸਤਿਗੁਰੂ ਹੋਏ ਨੇ, ਅੱਜ ਅਸੀਂ ਉਹਨਾਂ ਨੂੰ ਨਮਸਕਾਰਾਂ ਕਰਦੇ ਹਾਂ, ਯਾਦ ਕਰਦੇ ਹਾਂ, ਉਹਨਾਂ ਦੇ ਦਿਖਾਏ ਮਾਰਗ ਤੇ ਚੱਲਦੇ ਹਾਂ। ਕਿਉਂ ਸਾਧ ਸੰਗਤ ਜੀ? ਕਿਉਂਕਿ ਉਹਨਾਂ ਨੇ ਮਹਾਨ ਕਾਰਜ ਕੀਤੇ ਨੇ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜੋ ਪ੍ਰਕਾਸ਼ ਉਤਸਵ ਹੈ, ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾਂਦਾ ਹੈ। ਬੜਾ ਮਾਣ ਸਤਿਕਾਰ, ਸਤਿਗੁਰਾਂ ਨੂੰ ਇੰਨਾ ਪਿਆਰ ਕਰਦੀ ਹੈ ਸੰਗਤ, ਸਾਧ ਸੰਗਤ ਜੀ। ਕਿਉਂ? ਕਿਉਂਕਿ ਉਹਨਾਂ ਦੇ ਮਹਾਨ ਕਾਰਜ ਨੇ ਸਾਧ ਸੰਗਤ ਜੀ, ਕਰਮ ਹੀ ਉਹ ਇੰਨੇ ਮਹਾਨ ਕਰਕੇ ਗਏ ਨੇ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੂੰ ਸਾਧ ਸੰਗਤ ਜੀ ਪੂਰੇ ਵਿਸ਼ਵ ਦੇ ਵਿੱਚ ਉਹਨਾਂ ਦਾ ਵੀ ਪ੍ਰਕਾਸ਼ ਉਤਸਵ ਮਨਾਇਆ ਜਾਂਦਾ ਹੈ, ਜਨਮ ਦਿਵਸ ਮਨਾਇਆ ਜਾਂਦਾ ਹੈ। ਬਾਹਰਲੇ ਦੇਸ਼ਾਂ ਦੇ ਵਿੱਚ ਵੀ ਉਹਨਾਂ ਦੇ ਜੋ ਸਟੈਚੂ ਨੇ ਲੱਗੇ ਹੋਏ ਨੇ ਸਾਧ ਸੰਗਤ ਜੀ, ਕਿਤਾਬਾਂ ਦੇ ਵਿੱਚ ਉਹਨਾਂ ਨੂੰ ਵੀ ਪੜ੍ਹਾਇਆ ਜਾਂਦਾ ਹੈ। ਦਫ਼ਤਰਾਂ ਦੇ ਵਿੱਚ ਵੀ ਸਾਧ ਸੰਗਤ ਜੀ ਪੂਰੇ ਪੰਜਾਬ ਦੇ ਵਿੱਚ ਉਹਨਾਂ ਦੀ ਤਸਵੀਰਾਂ ਲੱਗੀਆਂ ਨੇ। ਕਿਉਂ? ਕਿਉਂਕਿ ਉਹਨਾਂ ਦੇ ਕਰਮ ਮਹਾਨ ਸਨ। ਤੇ ਇਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ ਅਸੀਂ ਸ਼ੁਭ ਕਰਮ ਕਰਨੇ ਨੇ। ਧਰਮ ਰਾਏ ਜਬ ਲੇਖਾ ਮੰਗੈ, ਕਿਆ ਮੁਖ ਲੈ ਕੇ ਜਾਏਗਾ। ਤੇ ਸਾਧ ਸੰਗਤ ਜੀ ਜਦੋਂ ਉੱਥੇ ਧਰਮਰਾਜ ਦੀ ਕਚਹਿਰੀ 'ਚ ਸਾਡਾ ਹਿਸਾਬ ਹੋਣਾ ਆ, ਉਹ ਸਾਡੇ ਕਰਮਾਂ ਦਾ ਹੀ ਹਿਸਾਬ ਹੋਣਾ ਹੈ। ਇਸ ਲਈ ਕਰਮ ਕਰਨ ਵਾਲੇ ਜੀਵ ਨੂੰ ਇਹ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਭਾਈ ਕਰਮ ਫਲ ਦੀ ਪ੍ਰਾਪਤੀ ਕਿਸੇ ਵੀ ਜੀਵ ਦੇ ਆਪਣੇ ਹੱਥ ਵਿੱਚ ਨਹੀਂ ਹੈ। ਸਾਨੂੰ ਨਤੀਜੇ ਦੀ ਪਰਵਾਹ ਨਹੀਂ ਜੇ ਕਰਨੀ ਚਾਹੀਦੀ। ਸਾਨੂੰ ਜੋ ਫਲ ਹੈ ਨਾ ਸਾਧ ਸੰਗਤ ਜੀ, ਉਸ ਦੀ ਪਰਵਾਹ ਨਹੀਂ ਜੇ ਕਰਨਾ ਚਾਹੀਦੀ। ਕਿਉਂਕਿ ਜਦੋਂ ਅਸੀਂ ਅੱਜ ਸ਼ੁਭ ਕਰਮ ਕਰਦੇ ਹਾਂ, ਉਸ ਦਾ ਫਲ ਸਾਨੂੰ ਮਿਲਣਾ ਹੀ ਮਿਲਣਾ, ਉਹ ਪ੍ਰਮਾਤਮਾ ਦੇ ਹੱਥ ਵਿੱਚ ਹੈ। ਬਹੁਤੇ ਸਾਧ ਸੰਗਤ ਜੀ ਵਿਦਿਆਰਥੀ ਐਸੇ ਨੇ ਜੋ ਪੇਪਰਾਂ ਦੀ ਤਿਆਰੀ ਕਰਦੇ ਨੇ, ਵੱਡੀਆਂ ਵੱਡੀਆਂ ਪੋਸਟਾਂ ਦੀ ਤਿਆਰੀ। ਕੋਈ ਪਹਿਲੀ ਵਾਰ 'ਚ ਪਾਸ ਹੋ ਜਾਂਦਾ ਹੈ ਸਾਧ ਸੰਗਤ ਜੀ, ਕੋਈ ਦੂਜੀ ਵਾਰ, ਕੋਈ ਤੀਸਰੀ ਵਾਰ, ਕੋਈ ਵਾਰ-ਵਾਰ ਲਾਈਨ ਦੇ ਵਿੱਚ ਲੱਗਿਆ ਰਹਿੰਦਾ ਹੈ, ਕੋਈ ਸਾਲ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ। ਕਿਸੇ ਨੂੰ ਕਾਮਯਾਬ ਹੋਣ 'ਚ ਸਾਧ ਸੰਗਤ ਜੀ 5 ਸਾਲ ਲੱਗਦੇ ਨੇ, ਕੋਈ 10 ਸਾਲ ਦੇ ਵਿੱਚ ਕਾਮਯਾਬੀ ਪ੍ਰਾਪਤ ਕਰਦਾ ਆ। ਕਿਉਂਕਿ ਜੋ ਫਲ ਹੈ ਨਾ ਸਾਧ ਸੰਗਤ, ਜੋ ਕੁਦਰਤ ਦੇ ਹੱਥ ਦੇ ਵਿੱਚ ਹੈ, ਪ੍ਰਮਾਤਮਾ ਦੇ ਹੱਥ ਵਿੱਚ ਹੈ। ਪਰ ਸਾਨੂੰ ਕਦੇ ਵੀ ਮਾਨਸਿਕ ਤੌਰ ਤੇ ਇਹ ਨਹੀਂ ਜੇ ਸੋਚਣਾ ਚਾਹੀਦਾ ਕਿ ਭਾਈ ਮੈਂ ਕਰਮ ਕਰ ਰਿਹਾ ਪਰ ਮੈਨੂੰ ਫਲ ਨਹੀਂ ਜੇ ਮਿਲ ਰਿਹਾ। ਜਦੋਂ ਵੀ ਅਸੀਂ ਕਰਮ ਕਰੀਏ ਸਾਧ ਸੰਗਤ ਜੀ, ਸੱਚ ਵਾਲੇ ਕਰਮ ਕਰੀਏ, ਸੱਚ ਦੇ ਰਾਹ ਤੇ। ਪਰ ਕੀਰਤੀ ਪਰ ਭਾਉ ਬਸ, ਮਨੁੱਖ ਕਰਤ ਹੈ ਕਾਰ, ਮਨੁੱਖ ਤੋ ਹੈ ਨਿਮਤ ਰੂਪ, ਕਹਿ ਰਵਿਦਾਸ ਵਿਚਾਰ। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਕੁਦਰਤੀ ਸੁਭਾਅ ਦੇ ਅਨੁਸਾਰ ਹੀ ਜੀਵ ਕਰਮ ਕਰਦਾ ਹੈ। ਸਤਿਗੁਰੂ ਜੀ ਫਰਮਾਉਂਦੇ ਨੇ ਜੀਵ ਦਾ ਆਉਣਾ ਹੀ ਸੰਸਾਰ ਦੇ ਵਿੱਚ ਕਰਮ ਦੇ ਨਿਮਿਤ ਹੈ। ਇਹ ਜੋ ਜੀਵ ਹੈ ਸਾਧ ਸੰਗਤ ਜੀ, ਗੌਰ ਕਰਨਾ ਸਾਧ ਸੰਗਤ ਜੀ, ਜਿੰਨੇ ਵੀ ਅਸੀਂ ਸੰਸਾਰ ਦੇ ਵਿੱਚ ਪੈਦਾ ਹੋਏ ਆ ਨਾ, ਹਰ ਇਨਸਾਨ ਦੇ ਆਉਣ ਦਾ ਇੱਕ ਮਕਸਦ ਹੁੰਦਾ ਹੈ। ਤੇ ਸਾਧ ਸੰਗਤ ਜੀ ਜਦੋਂ ਤੱਕ ਉਹ ਮਕਸਦ ਪੂਰਾ ਨਾ ਹੋ ਜਾਵੇ ਨਾ, ਉਹ ਜੀਵ ਇਸ ਸੰਸਾਰ ਤੋਂ ਜਾਂਦਾ ਨਹੀਂ ਹੈ। ਪ੍ਰਮਾਤਮਾ ਨੇ ਹਰ ਜੀਵ ਨੂੰ ਇੱਕ ਮਕਸਦ ਦੇ ਕੇ ਭੇਜਿਆ ਸਾਧ ਸੰਗਤ ਜੀ। ਇਹ ਨਾ ਸੋਚਣਾ ਕਿ ਭਾਈ ਜੀਵ ਆ ਰਹੇ ਨੇ ਜਾ ਰਹੇ ਨੇ। ਉਹ ਵੱਖਰੀ ਗੱਲ ਹੈ ਕਿ ਜਦੋਂ ਜੀਵ ਆਪਣੇ ਮਕਸਦ ਨੂੰ ਨਾ ਸਮਝੇ। ਇਹ ਵੱਖਰੀ ਗੱਲ ਹੈ ਸਾਧ ਸੰਗਤ ਜੀ। ਬਹੁਤੇ ਜੀਵ ਨੇ ਜੋ ਨਸ਼ਿਆਂ ਵਿੱਚ ਪੈ ਕੇ, ਹੰਕਾਰ ਦੇ ਵਿੱਚ, ਲਾਲਚ ਦੇ ਵਿੱਚ ਪੈ ਕੇ, ਆਪਣੇ ਜੋ ਜੀਵਨ ਦਾ ਵਹਿਮਾਂ ਭਰਮਾਂ ਡੰਬਰਾਂ ਪਖੰਡਾਂ 'ਚ ਪੈ ਕੇ ਜੀਵਨ ਦਾ ਨਾਸ਼ ਕਰ ਲੈਂਦੇ ਨੇ। ਕੋਈ ਐਸਾ ਜੀਵ ਨਹੀਂ ਹੈ ਜਿਸ ਦਾ ਜੋ ਜਨਮ ਹੈ ਨਾ ਸਾਧ ਸੰਗਤ ਜੀ, ਉਹ ਵਿਰਥਾ ਹੀ ਜਾਂਦਾ ਹੋਵੇ। ਪ੍ਰਮਾਤਮਾ ਨੇ ਚਾਹੇ ਉਮਰ ਜ਼ਿਆਦਾ ਬਖਸ਼ੀ ਹੈ, ਚਾਹੇ ਥੋੜੀ ਬਖਸ਼ੀ ਹੈ, ਹਰ ਜੀਵ ਦੇ ਆਉਣ ਦਾ ਇੱਕ ਮਕਸਦ ਹੁੰਦਾ ਹੈ। ਕਰਮ ਨਹੀਂ ਪਰ ਭਾਉ ਤਜ, ਨਹਿ ਕਰਮੀ ਹੋਏ ਕਰ ਕਾਮ, ਰਵਿਦਾਸ ਨੇ ਕਰਮੀ ਕਰਮ ਹੀ, ਮੇਲ ਕਰਾਏ ਰਾਮ। ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸੱਚ ਦਾ ਰਾਹ ਦਿਖਾਉਂਦੇ ਹੋਏ ਫਰਮਾਉਂਦੇ ਨੇ ਕਿ ਭਾਈ ਜੀਵ ਨੂੰ ਖੋਟੇ ਕਰਮਾਂ ਦੇ ਪ੍ਰਭਾਵ ਨੂੰ ਛੱਡ ਕੇ ਨਿਸ਼ਕਾਮੀ ਹੋ ਕੇ ਕੰਮ ਕਰਨੇ ਚਾਹੀਦੇ ਨੇ। ਸਾਧ ਸੰਗਤ ਜੀ ਜੋ ਖੋਟੇ ਕਰਮ ਨੇ ਉਹ ਸਾਨੂੰ ਨਰਕਾਂ ਵੱਲ ਭੇਜਦੇ ਨੇ। ਹਰ ਇਨਸਾਨ ਦੇ ਅੰਦਰ ਸਾਧ ਸੰਗਤ ਜੀ 2 ਪ੍ਰਕਾਰ ਦੀ ਆਵਾਜ਼ ਆਉਂਦੀ ਹੈ। ਜਦੋਂ ਉਹ ਚੰਗੇ ਕਰਮ ਕਰਦਾ ਆ ਤਾਂ ਸਾਧ ਸੰਗਤ ਜੀ ਅੰਦਰੋਂ ਇੱਕ ਬੁਰੀ ਆਵਾਜ਼ ਵੀ ਆਉਂਦੀ ਹੈ ਕਿ ਭਾਈ ਇਹ ਕੰਮ ਨਾ ਕਰ।
ਇੱਕ ਆਵਾਜ਼ ਆਉਂਦੀ ਹੈ ਸਾਧ ਸੰਗਤ ਜੀ ਜੋ ਸਾਨੂੰ ਸ਼ਾਬਾਸ਼ੀ ਦਿੰਦੀ, ਭਾਈ ਕਰ ਇਹੀ ਕੰਮ ਤਾਂ ਅਸੀਂ ਕਰਨਾ ਹੈ। ਜਦੋਂ ਜੀ ਬੁਰਾ ਕਰਮ ਕਰਦਾ ਹੈ ਨਾ ਸਾਧ ਸੰਗਤ ਜੀ, ਉਦੋਂ ਵੀ ਦੋ ਆਵਾਜ਼ਾਂ ਆਉਂਦੀਆਂ ਨੇ। ਇੱਕੋ ਪ੍ਰਮਾਤਮਾ ਆਵਾਜ਼ ਮਾਰਦਾ, ਭਾਈ ਇਹ ਕੰਮ ਨਾ ਕਰ, ਬਹੁਤ ਬੁਰਾ ਕੰਮ ਹੈ ਇਹ। ਅੰਦਰੋਂ ਆਵਾਜ਼ ਆਉਂਦੀ ਹੈ ਸਾਧ ਸੰਗਤ ਜੀ ਕਿ ਭਾਈ ਇਹ ਬੁਰਾ ਕਰਮ ਹੈ, ਇਸ ਦਾ ਕੀ ਨਤੀਜਾ ਨਿਕਲੇਗਾ। ਤੇ ਜਦੋਂ ਪ੍ਰਮਾਤਮਾ ਆਵਾਜ਼ ਮਾਰਦਾ ਸਾਧ ਸੰਗਤ ਜੀ, ਉਹ ਹਰ ਜੀਵ ਨੂੰ ਮਾਰਦਾ, ਚਾਹੇ ਕੋਈ ਚੰਗਾ ਹੈ ਬੁਰਾ ਹੈ। ਜਦੋਂ ਅਸੀਂ ਬੁਰਾ ਕਰਮ ਕਰਦੇ ਹਾਂ, ਚੰਗੀ ਆਵਾਜ਼ ਪੈਂਦੀ ਹੈ। ਜਦੋਂ ਅਸੀਂ ਚੰਗਾ ਕਰਮ ਕਰਨ ਬੈਠਦੇ ਹਾਂ ਸਾਧ ਸੰਗਤ ਜੀ, ਜੋ ਬੁਰਾ ਪਾਸਾ ਹੈ ਸਾਡਾ, ਉਹ ਵੀ ਆਵਾਜ਼ ਮਾਰਦਾ ਆ ਕਿ ਭਾਈ ਚੰਗਾ ਕਰਮ ਨਾ ਕਰ, ਤੂੰ ਬੁਰੇ ਵਾਲੇ ਪਾਸੇ ਆ। ਜਦੋਂ ਅਸੀਂ ਅੰਮ੍ਰਿਤ ਵੇਲੇ ਉੱਠਣਾ ਹੋਵੇ ਨਾ ਸਾਧ ਸੰਗਤ ਜੀ, ਉਦੋਂ ਵੀ ਸਾਨੂੰ ਇਹੀ ਹੁੰਦਾ ਕਿ ਭਾਈ ਅਸੀਂ ਸੋ ਜਾਈਏ। ਜਦੋਂ ਕਿਸੇ ਗਰੀਬ ਦੀ ਮਦਦ ਕਰਨੀ ਹੋਵੇ, ਜਦੋਂ ਜੇਬ ਚੋਂ ਪੈਸੇ ਕੱਢਦੇ ਆ ਸਾਧ ਸੰਗਤ ਜੀ, ਉਦੋਂ ਵੀ ਇਹੀ ਹੁੰਦਾ ਕਿ ਭਾਈ ਘੱਟ ਕੱਢ ਲਾ, ਪੈਸੇ ਬਹੁਤੇ ਨੇ। ਜਦੋਂ ਅਸੀਂ ਸੱਚ ਦੇ ਮਾਰਗ ਤੇ ਚੱਲਣਾ ਹੋਵੇ ਤਾਂ ਝੂਠ ਆਵਾਜ਼ ਮਾਰਦਾ ਆ ਕਿ ਭਾਈ ਇਸ ਰਸਤੇ ਤੇ ਬਹੁਤ ਮੁਸ਼ਕਲਾਂ ਨੇ, ਤੇ ਪਹਿਲਾਂ ਹੀ ਡਰਾਵਾ ਦੇ ਦਿੰਦਾ ਸਾਧ ਸੰਗਤ ਜੀ। ਹਰ ਜੀਵ ਦੇ ਨਾਲ ਹੁੰਦਾ ਹੈ, ਹਰ ਜੀਵ ਦੇ ਅੰਦਰ ਦੋ ਆਵਾਜ਼ਾਂ ਆਉਂਦੀਆਂ ਨੇ, ਇੱਕ ਸੱਚ ਦੀ, ਇੱਕ ਝੂਠ ਦੀ। ਤੇ ਭਾਈ ਹੁਣੇ ਸਾਡੇ ਤੇ ਨਿਰਭਰ ਕਰਦਾ ਆ ਕਿ ਅਸੀਂ ਕਿਹੜੀ ਆਵਾਜ਼ ਸੁਣਨੀ। ਅਸੀਂ ਝੂਠ ਦੀ ਆਵਾਜ਼ ਸੁਣਨੀ ਹੈ ਕਿ ਜੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਹੋਕਾ ਦੇ ਰਹੇ ਨੇ, ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾ ਦਿਆ ਜਾਏ, ਕਾਟਿਆ ਵਗਟ ਡੂੰਗਰ ਕਣਾ ਇੱਕ ਨਿਰਗੁਣ ਬੈਲ ਹਮਾਰ, ਰਮਈਏ ਸਿਉਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ। ਤੇ ਸਾਧ ਸੰਗਤ ਜੀ ਸੱਚ ਹੈ, ਸਤਿਗੁਰਾਂ ਨੇ ਵੀ ਫਰਮਾਇਆ ਆ ਕਿ ਭਾਈ ਜੋ ਸੱਚ ਦਾ ਰਸਤਾ ਹੁੰਦਾ ਨਾ, ਉਹ ਸਿੱਧਾ ਸਾਦਾ ਰਸਤਾ ਕਦੇ ਨਹੀਂ ਜੀ ਹੁੰਦਾ। ਉਹ ਪਹਾੜੀ ਵਰਗਾ ਰਸਤਾ ਹੁੰਦਾ ਸਾਧ ਸੰਗਤ ਜੀ, ਉੱਚਾ ਨੀਵਾਂ, ਜੰਗਲ ਵਾਂਗ ਘਣਾ। ਤੇ ਐਸੇ ਰਸਤੇ ਨੂੰ ਦੇਖ ਕੇ ਜੋ ਜੀਵ ਹੈ ਉਹ ਡਰ ਜਾਂਦਾ। ਪਰ ਸਤਿਗੁਰੂ ਜੀ ਫਰਮਾਉਂਦੇ, ਭਾਈ ਰਸਤਾ ਔਖਾ ਜ਼ਰੂਰ ਹੈ, ਪਰ ਜਦੋਂ ਪਰਮ ਪਿਤਾ ਪ੍ਰਮਾਤਮਾ ਸਾਥ ਦਿੰਦਾ ਨਾ ਸਾਧ ਸੰਗਤ ਜੀ, ਫਿਰ ਉਹੀ ਰਸਤਾ ਸੌਖਾ ਲੱਗਦਾ। ਪ੍ਰੀਖਿਆ ਸਾਰਿਆਂ ਦੀ ਹੁੰਦੀ ਹੈ, ਪਰ ਪ੍ਰੀਖਿਆ ਦੇ ਵਿੱਚ ਕਾਮਯਾਬ ਉਹੀ ਹੁੰਦਾ ਸਾਧ ਸੰਗਤ ਜੀ ਜੋ ਆਪਣੇ ਗੁਰੂ ਨੂੰ ਪਿਆਰ ਕਰਦਾ ਹੈ ਤੇ ਗੁਰੂ ਦੇ ਦਿਖਾਏ ਮਾਰਗ ਤੇ ਚੱਲਣ ਦਾ ਪੂਰਾ ਯਤਨ ਕਰਦਾ ਹੈ। ਤੇ ਵੱਡ ਕਰਮਾਂ ਵਾਲਿਆਂ ਸਾਨੂੰ ਤਾਂ ਗੁਰੂਆਂ ਦੇ ਗੁਰੂ ਧੰਨ ਧੰਨ ਜਗਤ ਗੁਰੂ ਜਗਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਵਰਗੇ ਗੁਰੂ ਮਿਲੇ ਨੇ। ਐਸੇ ਮਹਾਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਜਿਨ੍ਹਾਂ ਨੇ ਸਾਨੂੰ ਵਹਿਮਾਂ ਭਰਮਾਂ ਡੰਬਰਾਂ ਪਖੰਡਾਂ ਚੋਂ ਕੱਢ ਕੇ ਸਿੱਧਾ ਸੱਚ ਨਾਲ ਜੋੜਿਆ ਆ ਕਿ ਭਾਈ ਤੇਰੇ ਅੰਦਰ ਹੀ ਰੱਬ ਬੈਠਾ ਆ। ਤੇ ਜੋ ਸਾਨੂੰ ਅੱਜ ਉਪਦੇਸ਼ ਦੇ ਰਹੇ ਨੇ ਕਿ ਭਾਈ ਜਿੰਨੇ ਵੀ ਚੰਗੇ ਕਰਮ ਅਸੀਂ ਕਰ ਸਕਦੇ ਹਾਂ ਉਹ ਸਾਨੂੰ ਕਰਨੇ ਚਾਹੀਦੇ ਨੇ। ਕਰਮ ਨਹੀਂ ਪ੍ਰਭਾਉ ਤਜ ਨਹਿ ਕਰਮੀ ਹੋਏ ਕਰ ਕਾਮ, ਰਵਿਦਾਸ ਨਹਿ ਕਰਮੀ ਕਰਮ ਹੀ ਮੇਲ ਕਰਾਏ ਰਾਮ। ਕਿ ਜੀਵ ਨੂੰ ਖੋਟੇ ਕਰਮਾਂ ਦੇ ਪ੍ਰਭਾਵ ਨੂੰ ਛੱਡ ਦੇਣਾ ਚਾਹੀਦਾ ਹੈ। ਜੂਆ ਮਾਸ ਮਦਰ ਬੈਸ਼ਿਆ ਹਿੰਸਾ ਚੋਰੀ ਕਾਰ, ਇਹ ਸਭ ਖੋਟੇ ਕਰਮ ਹੈ ਡੋਬਣ ਨਰਕ ਮੁਝਾਰ। ਕਿ ਭਾਈ ਇਹ ਨਸ਼ੇ ਕਰਨਾ, ਜੂਆ ਖੇਡਣਾ, ਝੂਠ, ਲਾਲਚ, ਇਹ ਸਭ ਸਾਨੂੰ ਨਰਕਾਂ ਵੱਲ ਭੇਜਦੇ ਨੇ। ਸਾਨੂੰ ਨਿਸ਼ਕਾਮੀ ਹੋ ਕੇ ਕੰਮ ਕਰਨਾ ਚਾਹੀਦਾ ਸਾਧ ਸੰਗਤ ਜੀ ਕਿ ਸਾਨੂੰ ਅੰਦਰੋਂ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ। ਰਵਿਦਾਸ ਨੇ ਕਰਮ ਹੀ ਮੇਲ ਕਰਾਏ ਰਾਮ। ਕਿ ਭਾਈ ਜੋ ਨਿਸ਼ਕਾਮ ਕਰਮ ਕਰਦਾ ਆ, ਨਿਸ਼ਕਾਮ ਸੇਵਾ ਕਰਦਾ ਹੈ ਨਾ ਸਾਧ ਸੰਗਤ ਜੀ, ਉਸ ਨੂੰ ਆਪਣੇ ਅੰਦਰੋਂ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਸੁਖ ਦੁਖ ਹਾਨ ਲਾਭ ਕੋ ਜੋ ਸਮਝੈ ਏਕ ਸਮਾਨ, ਰਵਿਦਾਸ ਤਿਨਹੀ ਜਾਣੀਐ ਜੋਗੀ ਪੁਰਖ ਸੁਜਾਨ। ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਉਂਦੇ ਨੇ ਕਿ ਭਾਈ ਜੋ ਜੀਵ ਸੁਖ ਦੁੱਖ ਹਾਨੀ ਲਾਭ ਸਭ ਨੂੰ ਇੱਕ ਸਮਾਨ ਸਮਝਦਾ ਹੈ ਤੇ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ, ਸੱਚ ਦੇ ਮਾਰਗ ਨੂੰ ਕਦੇ ਨਹੀਂ ਜੀ ਛੱਡਦਾ। ਸਤਿਗੁਰੂ ਜੀ ਫਰਮਾਉਂਦੇ ਨੇ ਉਸ ਜੀਵ ਨੂੰ ਹੀ ਗਿਆਨਵਾਨ ਜੋਗੀ ਜਾਣਨਾ ਚਾਹੀਦਾ ਹੈ। ਇਹ ਜਗ ਦੁਖ ਕੀ ਖੇਤਰੀ, ਇਹ ਜਾਣਤ ਸਭ ਕੋਏ, ਗਿਆਨੀ ਘਾਟੈ ਹਰ ਨਾਮ ਸੋ ਮੂਰਖ ਘਾਟੈ ਰੋਏ। ਇਹ ਸੱਚ ਹੈ ਸਾਧ ਸੰਗਤ ਜੀ, ਜੋ ਸੰਸਾਰ ਆ ਇਹ ਦੁੱਖਾਂ ਦਾ ਘਰ ਹੈ। ਕੋਈ ਐਸਾ ਜੀਵ ਨਹੀਂ ਹੈ ਜਿਸ ਦੀ ਜ਼ਿੰਦਗੀ ਵਿੱਚ ਦੁੱਖ ਨਾ ਹੋਵੇ। ਦੁੱਖ ਦੀ ਪ੍ਰਕਾਰ ਜੋ ਆ ਉਹ ਅਲੱਗ-ਅਲੱਗ ਹੋ ਸਕਦੀ ਹੈ। ਤੇ ਸਤਿਗੁਰੂ ਜੀ ਫਰਮਾਉਂਦੇ ਨੇ ਜੋ ਜੀਵ ਸੁੱਖ ਦੁੱਖ ਨੂੰ, ਚਾਹੇ ਹਾਨੀ ਹੋਵੇ ਲਾਭ ਹੋਵੇ, ਸਭ ਨੂੰ ਇੱਕ ਸਮਾਨ ਸਮਝਦਾ ਹੋਇਆ ਅੱਗੇ ਵੱਧਦਾ ਹੈ। ਜਦੋਂ ਦੁੱਖ ਆਉਂਦਾ ਆ ਉਹ ਦੁੱਖ ਦਾ ਸਾਹਮਣਾ ਕਰਦਾ ਹੋਇਆ ਅੱਗੇ ਵੱਧਦਾ ਆ। ਕਿੰਨੀ ਵੀ ਵੱਡੀ ਸਮੱਸਿਆ ਹੋਵੇ ਸਾਧ ਸੰਗਤ ਉਸ ਦਾ ਹੱਲ ਲੱਭਣ ਦੀ ਉਹ ਕੋਸ਼ਿਸ਼ ਕਰਦਾ, ਬੈਠਦਾ ਨਹੀਂ ਹੈ। ਨਾ ਉਹ ਕਦੇ ਹਾਰਦਾ ਹੈ ਸਾਧ ਸੰਗਤ ਜੀ। ਬਹੁਤੇ ਜੀਵ ਨੇ ਜੋ ਜਦੋਂ ਦੁੱਖ ਆਉਂਦਾ ਹੈ, ਵੱਡੇ ਵੱਡੇ ਨੁਕਸਾਨ ਹੁੰਦੇ ਨੇ, ਆਪਣੇ ਜੀਵਨ ਦੀ ਲੀਲਾ ਹੀ ਸਮਾਪਤ ਕਰ ਲੈਂਦੇ ਨੇ ਸਾਧ ਸੰਗਤ ਜੀ, ਆਤਮ ਹੱਤਿਆ ਕਰ ਲੈਂਦੇ ਨੇ। ਪਰ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਜੋ ਪੂਰੇ ਗੁਰੂ ਵਾਲਾ ਆ
ਉਸ ਦੁੱਖਾਂ ਦਾ ਸਾਹਮਣਾ ਕਰਦਾ ਹੈ, ਉਸ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਸੁਖ ਦੁਖ ਹਾਨ ਲਾਭ ਕੋ ਜੋ ਸਮਝੈ ਏਕ ਸਮਾਨ, ਰਵਿਦਾਸ ਤਿਨਿ ਜਾਣੀਐ ਜੋਗੀ ਪੁਰਖ ਸਜਾਨ। ਕਿ ਭਾਈ ਐਸੇ ਜੋ ਜੀਵ ਨੇ ਉਹ ਗਿਆਨਵਾਨ ਨੇ, ਜੋਗੀ ਨੇ, ਜੋ ਸੁੱਖ ਤੇ ਦੁੱਖ ਨੂੰ ਇੱਕ ਕਰਕੇ ਜਾਣਦੇ ਨੇ। ਸੁੱਖ ਦੇ ਵਿੱਚ ਉਹ ਹੰਕਾਰੀ ਨਹੀਂ ਜੇ ਹੁੰਦੇ, ਪ੍ਰਮਾਤਮਾ ਦਾ ਸ਼ੁਕਰ ਕਰਦੇ ਨੇ ਕਿ ਭਾਈ ਸਾਨੂੰ ਇਹ ਜੋ ਦਿਨ ਨੇ ਉਹ ਨਸੀਬ ਹੋਏ ਨੇ। ਤੇ ਦੁੱਖ ਦੇ ਵਿੱਚ ਸਾਧ ਸੰਗਤ ਜੀ ਉਹ ਪਾਪੀ ਨਹੀਂ ਜੇ ਬਣਦੇ। ਬਹੁਤੇ ਜੀਵ ਨੇ ਜੋ ਜਦੋਂ ਦੁੱਖ ਆਉਂਦਾ ਹੈ ਸਾਧ ਸੰਗਤ ਜੀ ਉਹ ਐਸੇ ਸੋਚਦੇ ਨੇ ਕਿ ਭਾਈ ਪ੍ਰਮਾਤਮਾ ਸਾਡੇ ਨਾਲ ਹੀ ਕਿਉਂ ਕਰਦਾ ਆ। ਉਹ ਇਹ ਸੋਚਦੇ ਨੇ ਕਿ ਭਾਈ ਪ੍ਰਮਾਤਮਾ ਹੈ ਹੀ ਨਹੀਂ ਨੇ। ਤੇ ਬਹੁਤੇ ਜੀਵ ਐਸੇ ਨੇ ਸਾਧ ਸੰਗਤ ਜੀ ਜੋ ਨਾਸਤਿਕ ਬਣ ਜਾਂਦੇ ਨੇ। ਪਰ ਸਾਧ ਸੰਗਤ ਜੀ ਇੱਕ ਵਾਰ ਅਸੀਂ ਸਤਿਗੁਰਾਂ ਦਾ ਧਰਮ ਪੜ੍ਹ ਕੇ ਤਾਂ ਵੇਖੀਏ, ਕਿਉਂਕਿ ਬਹੁਤੇ ਜੀਵ ਨੇ ਸਾਧ ਸੰਗਤ ਜੀ ਜੋ ਧਰਮ ਨੂੰ ਨਫ਼ਰਤ ਕਰਦੇ ਨੇ। ਪਰ ਜੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਰਸਤਾ ਦਿਖਾ ਰਹੇ ਨੇ, ਉਹ ਰਸਤਾ ਐਸਾ ਹੈ ਸਾਧ ਸੰਗਤ ਜੀ ਜੋ ਧਰਤੀ ਤੇ ਵੀ ਸਵਰਗ ਬਣਾ ਦਿੰਦਾ। ਬੇਗਮਪੁਰਾ ਸ਼ਹਿਰ ਕੋ ਨਾਉ ਦੁਖ ਅੰਦੋ ਨਹੀਂ ਤੈ ਠਾਉ, ਐਸਾ ਚਾਹੂੰ ਰਾਜ ਮੈਂ ਜਹਾਂ ਮਿਲੈ ਸਬਨ ਕੋ ਅੰਨ, ਛੋਟ ਬੜੇ ਸਭ ਸੰਬਸੈ ਰਵਿਦਾਸ ਰਹਿ ਪ੍ਰਸੰਨ। ਤੇ ਸਤਿਗੁਰੂ ਜੀ ਸਾਨੂੰ ਕੋਈ ਵਹਿਮ ਭਰਮ ਅਡੰਬਰ ਪਖੰਡ 'ਚ ਨਹੀਂ ਜੇ ਪਾ ਰਹੇ। ਉਹ ਤਾਂ ਫਰਮਾਉਂਦੇ ਨੇ ਹੱਥਾਂ ਨਾਲ ਕਿਰਤ ਕਰੋ, ਜੀਬਾ ਸੋ ਓਂਕਾਰ ਜਪ ਹੱਥਨ ਸੋ ਕਰਕਾਰ, ਰਾਮ ਮਿਲੇ ਘਰਾਏ ਕਰ ਕਹਿ ਰਵਿਦਾਸ ਵਿਚਾਰ। ਕਿ ਭਾਈ ਨੇਕ ਕਮਾਈ ਕਰੋ, ਆਪਸ 'ਚ ਮਿਲ ਜੁਲ ਕੇ ਰਹੋ ਸਾਧ ਸੰਗਤ ਜੀ, ਬੁਰੇ ਕਰਮਾਂ ਤੋਂ ਬਚੋ, ਚੰਗੇ ਕਰਮ ਕਰੀਏ, ਇੱਕ ਦੂਜੇ ਦਾ ਸਾਥ ਦਈਏ। ਸਤ ਸੰਗਤ ਮਿਲ ਰਹੀ ਹੈ ਮਾਧੋ, ਫੇਰ ਹੀ ਜੋ ਸਾਡਾ ਜੀਵਨ ਹੈ ਸਾਧ ਸੰਗਤ ਜੀ ਉਹ ਸਫਲ ਹੋਵੇਗਾ ਤੇ ਇੱਥੇ ਬੇਗਮਪੁਰਾ ਵਸੇਗਾ। ਕਰਮ ਜੋਗ ਕੀ ਸਾਧ ਸੋ ਆਤਮ ਰਾਮ ਸੁਧ ਹੋਏ, ਰਵਿਦਾਸ ਬਜੇਤਾ ਸੋ ਭਇਆ, ਕਰਮ ਕਰੈ ਜੋ ਕੋਏ। ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਉਂਦੇ ਨੇ ਭਾਈ ਜੋ ਜੀਵ ਸ਼ੁਭ ਕਰਮ ਦੀ ਯੋਗ ਸਾਧਨਾ ਕਰਦਿਆਂ ਹੋਇਆ ਪ੍ਰਮਾਤਮਾ ਦਾ ਸਿਮਰਨ ਕਰਦਾ ਆ, ਉਸ ਨੂੰ ਸਰੀਰ ਦੇ ਅੰਦਰ ਬੈਠੇ ਪ੍ਰਭੂ ਦੀ ਸੋਝੀ ਹੋ ਜਾਂਦੀ ਹੈ। ਤੇਰਾ ਘਟ ਮੈਂ ਸਿਰਜਣਹਾਰ, ਕਸਤੂਰੀ ਮਿਰਗ ਪਾਸ ਹੈ ਢੁੰਡਤ ਗਾਸ ਕਰੇ। ਕਿ ਭਾਈ ਤੇਰੇ ਅੰਦਰ ਹੀ ਪ੍ਰਮਾਤਮਾ ਬੈਠਾ ਆ। ਕਹਿ ਰਵਿਦਾਸ ਹਾਥ ਪੈਨੀ ਰਹਿ, ਸਭ ਕੁਝ ਕਰ ਮੈਂ ਬਾਹਰ ਨਾਹੀ, ਬਾਹਰ ਟੋਲੇ ਸੋ ਪਰਮ ਭਲਾਈ। ਤੇ ਸਾਧ ਸੰਗਤ ਜੀ ਸਤਿਗੁਰੂ ਜੀ ਸਮਝਾ ਰਹੇ ਨੇ ਕਰਮ ਜੋਗ ਕੀ ਸਾਧ ਸੋ ਆਤਮ ਰਾਮ ਸੁਧ ਹੋਏ। ਕਿ ਭਾਈ ਜੋ ਸ਼ੁਭ ਕਰਮ ਕਰਦਾ ਹੈ ਨਾ ਸਾਧ ਸੰਗਤ ਜੀ, ਸੱਚ ਦੇ ਮਾਰਗ ਤੇ ਚੱਲਦਾ ਆ, ਉਸ ਨੂੰ ਆਪਣੇ ਅੰਦਰ ਬੈਠੇ ਪ੍ਰਮਾਤਮਾ ਦੇ ਦਰਸ਼ਨ ਦੀਦਾਰੇ ਹੋ ਰਹੇ ਨੇ। ਫਿਰ ਉਸ ਨੂੰ ਇੱਧਰ ਉੱਧਰ ਭਟਕਣ ਦੀ ਲੋੜ ਨਹੀਂ ਜੇ ਪੈਂਦੀ। ਰਵਿਦਾਸ ਬਜੇਤਾ ਸੋ ਭਇਆ, ਕਰਮ ਕਰੈ ਜੋ ਕੋਏ। ਕਿ ਅਜਿਹਾ ਜੀ ਵੀ ਸੰਸਾਰ ਦੇ ਵਿੱਚ ਜਿੱਤਦਾ ਆ ਜੋ ਸ਼ੁਭ ਕਰਮ ਕਰਦਾ ਹੈ ਸਾਧ ਸੰਗਤ ਜੀ। ਇਸ ਲਈ ਸਾਨੂੰ ਮਾੜੇ ਕਰਮ ਛੱਡ ਕੇ ਸ਼ੁਭ ਕਰਮ ਕਰਨੇ ਚਾਹੀਦੇ ਨੇ। ਸਾਧਕ ਭਾਂਤ ਜੋਗ ਜਗਤ, ਕਰਮ ਕਰੋ ਰਵਿਦਾਸ, ਧਰਮ ਬੋਧ ਕੀ ਜੋ ਕਰਮ, ਫਲ ਕੀ ਤਿਆਗੋ ਆਸ। ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਕਿ ਭਾਈ ਜੀਵ ਨੂੰ ਸੱਚੇ ਸਾਧਕ ਵਾਂਗ ਸ੍ਰੇਸ਼ਟ ਕਰਮਾਂ ਨੂੰ ਆਪਣਾ ਧਰਮ ਸਮਝਣਾ ਚਾਹੀਦਾ ਹੈ। ਜਦੋਂ ਵੀ ਕਰਨੇ ਨੇ ਅਸੀਂ ਸ਼ੁਭ ਕਰਮ ਹੀ ਕਰਨੇ ਨੇ। ਤੇ ਧਰਮ ਦੇ ਗਿਆਨ ਨਾਲ ਸ੍ਰੇਸ਼ਟ ਕਰਮ ਕਰਦਿਆਂ ਫਲ ਦੀ ਆਸ ਤਿਆਗ ਦੇਣੀ ਚਾਹੀਦੀ ਹੈ ਸਾਧ ਸੰਗਤ ਜੀ। ਜਦੋਂ ਅਸੀਂ ਕਿਸੇ ਗਰੀਬ ਦੀ ਮਦਦ ਕਰਦੇ ਹਾਂ, ਭੁੱਖੇ ਨੂੰ ਰੋਟੀ ਖਵਾਉਂਦੇ ਹਾਂ, ਕਿਸੇ ਬਿਮਾਰ ਦਾ ਇਲਾਜ ਕਰਾਉਂਦੇ ਹਾਂ, ਕਿਸੇ ਬੱਚੇ ਨੂੰ ਪੜ੍ਹਾਉਂਦੇ ਹਾਂ ਸਾਧ ਸੰਗਤ ਜੀ, ਉਸ ਦੀ ਪੜ੍ਹਾਈ ਦਾ ਜੋ ਖਰਚਾ ਹੈ ਉਹ ਉਠਾਉਂਦੇ ਹਾਂ, ਕਿਸੇ ਨੂੰ ਸੱਚ ਦੇ ਰਾਹ ਪਾਉਂਦੇ ਹਾਂ, ਕਿਸੇ ਰੋਂਦੇ ਨੂੰ ਹਸਾ ਦਿੰਦੇ ਹਾਂ। ਸਾਨੂੰ ਫਿਰ ਇਹ ਨਹੀਂ ਜੇ ਸੋਚਣਾ ਚਾਹੀਦਾ ਕਿ ਭਾਈ ਮੈਨੂੰ ਇਹ ਫਲ ਮਿਲੇਗਾ, ਮੇਰਾ ਸੰਸਾਰ 'ਚ ਮਾਣ ਸਤਿਕਾਰ ਹੋਵੇ। ਸਾਨੂੰ ਇਹ ਨਹੀਂ ਜੇ ਸੋਚਣਾ ਚਾਹੀਦਾ ਕਿ ਭਾਈ ਕਿਤੇ ਅਸੀਂ ਪ੍ਰੋਗਰਾਮ ਤੇ, ਸਤਸੰਗ ਤੇ, ਕੀਰਤਨ ਤੇ ਸੇਵਾ ਕੀਤੀ ਤਾਂ ਉੱਥੇ ਸਾਨੂੰ ਜੋ ਕਮੇਟੀ ਵਾਲੇ ਨੇ ਉਹ ਸਾਡਾ ਮਾਣ ਸਤਿਕਾਰ ਕਰਨ। ਧਰਮ ਬੋਧ ਕੀਜੈ, ਕਰਮ ਫਲ ਕੀ ਤਿਆਗੋ। ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਸ਼ੁਭ ਕਰਮ ਕਰਦੇ ਰਹੋ, ਉਹ ਪਰਮ ਪਿਤਾ ਪਰਮਾਤਮਾ ਨੇ ਆਪੇ ਹੀ ਫਲ ਦੇਣਾ। ਤੇ ਜਦੋਂ ਫਲ ਦਿੰਦਾ ਨਾ ਸਾਧ ਸੰਗਤ ਜੀ, ਨੀਚੋਂ ਉੱਚ ਕਰੈ ਮੇਰਾ ਗੋਬਿੰਦ, ਐਸੀ ਲਾਲ ਤੁਧ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਤਰੈ। ਤੇ ਭਾਈ ਐਸੀ ਲਾਲ ਤੁਝ ਬਿਨ ਕੌਣ ਕਰੈ। ਫਿਰ ਉਸ ਤੋਂ ਜਦੋਂ ਉਹ ਚਮਤਕਾਰ ਕਰਦਾ ਹੈ, ਕਿਰਪਾ ਕਰਦਾ ਹੈ, ਲਾਲ ਕਰਦਾ ਨਾ ਸਾਧ ਸੰਗਤ ਜੀ, ਫਿਰ ਉਹ ਸੋਨੇ ਦੇ ਛਤਰ ਵੀ ਚਲਾ ਦਿੰਦਾ ਹੈ। ਪਰ ਇਹ ਝੁਲਦੇ ਉਦੋਂ ਹੀ ਨੇ ਜਦੋਂ ਅਸੀਂ ਸੱਚ ਦੇ ਮਾਰਗ ਤੇ ਚੱਲਦੇ ਹਾਂ। ਰਾਗ ਦੇਸ਼ ਕੋ ਛਾੜ ਕਰ ਨਹਿ ਕਰਮ ਕਰੋ ਰੇ ਮੀਤ, ਸੁਖ ਦੁਖ ਸਭ ਮੈਂ ਥਿਰ ਰਹਿ, ਰਵਿਦਾਸ ਸਦਾ ਮਨ ਮੀਤ। ਸਤਿਗੁਰੂ ਜੀ ਸਮਝਾਉਂਦੇ ਨੇ, ਹੇ ਮਿੱਤਰ ਜੀ, ਤੂੰ ਦਵੈਤ ਭਾਵਨਾ ਨੂੰ ਛੱਡ ਤੇ ਨਿਸ਼ਕਾਮ ਕਰਮ ਕਰ। ਨਿਸ਼ਕਾਮ ਕਰਮ ਕਰਦਿਆਂ ਹੋਇਆਂ ਸੁੱਖ ਤੇ ਦੁੱਖ ਦੋਵਾਂ ਅਵਸਥਾ ਦੇ ਵਿੱਚ ਆਪਣੇ ਮਨ ਨੂੰ ਸਥਿਰ ਰੱਖ।
ਜਦੋਂ ਖੁਸ਼ੀ ਆਵੇ ਸਾਧ ਸੰਗਤ ਜੀ ਅਸੀਂ ਡੋਲੀਏ ਨਾ, ਬਾਲੇ ਹੰਕਾਰੀ ਵੀ ਨਾ ਹੋ ਜਾਈਏ, ਕਿਉਂਕਿ ਖੁਸ਼ੀ ਦੇ ਵਿੱਚ ਲੋਕ ਰੱਬ ਨੂੰ ਭੁੱਲ ਜਾਂਦੇ ਨੇ, ਹੰਕਾਰੀ ਹੋ ਜਾਂਦੇ ਨੇ। ਜਦੋਂ ਜ਼ਿਆਦਾ ਪੈਸਾ ਆਉਂਦਾ ਸਾਧ ਸੰਗਤ ਜੀ, ਬਾਲੀਆਂ ਖੁਸ਼ੀਆਂ ਆਉਂਦੀਆਂ ਨੇ, ਉਹ ਆਪਣੇ ਆਪ ਨੂੰ ਹੀ ਪ੍ਰਮਾਤਮਾ ਸਮਝ ਬੈਠਦੇ ਨੇ। ਤੇ ਦੁੱਖ ਦੇ ਵਿੱਚ ਵੀ ਸਾਨੂੰ ਸਾਧ ਸੰਗਤ ਜੀ ਪ੍ਰਮਾਤਮਾ ਤੇ ਸ਼ੱਕ ਨਹੀਂ ਜੇ ਕਰਨਾ ਚਾਹੀਦਾ। ਬਹੁਤੇ ਜੇ ਨਾਸਤਿਕ ਬਣ ਜਾਂਦੇ ਨੇ। ਸਤਿਗੁਰੂ ਜੀ ਫਰਮਾਉਂਦੇ ਜਦੋਂ ਸੁੱਖ ਆਵੇ ਸਾਨੂੰ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ, ਤੇ ਜਦੋਂ ਦੁੱਖ ਆਵੇ ਸਾਧ ਸੰਗਤ ਜੀ ਉਸ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ। ਮੋਹਿ ਨਾ ਵਿਸਾਰੋ ਮੈਂ ਜਨ ਤੇਰਾ, ਰਾਮ ਗੁਸਈਆਂ ਜੀ ਕੇ ਜੀਵਨ। ਤੇ ਸਾਧ ਸੰਗਤ ਜੀ ਜੋ ਸੁੱਖ ਦੇ ਵਿੱਚ ਵੀ ਸੱਚ ਦੇ ਮਾਰਗ ਨੂੰ ਨਹੀਂ ਜੇ ਛੱਡਦਾ, ਦੁੱਖ ਦੇ ਵਿੱਚ ਵੀ ਸੱਚ ਦੇ ਮਾਰਗ ਨੂੰ ਨਹੀਂ ਜੇ ਛੱਡਦਾ, ਤਾਂ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਉਸ ਦੇ ਅੰਦਰੋਂ ਹੀ ਫਿਰ ਉਹ ਜੋਤ ਪ੍ਰਗਟ ਹੁੰਦੀ ਹੈ। ਮਨ ਤੂ ਜੋਤ ਸਰੂਪ ਹੈ, ਆਪਣਾ ਮੂਲ ਪਹਿਚਾਨ। ਜੀਵਾ ਭਜੈ ਹਰਿ ਨਾਮ ਹਿਤ, ਹੱਥ ਕਰੈ ਨਿਤ ਕਾਮ। ਰਵਿਦਾਸ ਪਏ ਨਿਹਚਿੰਤ ਹਮ, ਮਮ ਚਿੰਤ ਕਰੇਂਗੇ ਰਾਮ। ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਜੋ ਜੀਵ ਨਿਤ ਪ੍ਰਤੀ ਜੀਵਾਂ ਨਾਲ ਪ੍ਰਮਾਤਮਾ ਦਾ ਹਰ ਹਰ ਸੋਹੰਗ ਨਾਮ ਜਪਦਾ ਆ ਤੇ ਹੱਥਾਂ ਨਾਲ ਕਿਰਤ ਕਮਾਈਆਂ ਕਰਦਾ, ਕਿ ਭਾਈ ਜੀਵਾਂ ਨਾਲ ਸਿਮਰਨ ਕਰਦਿਆਂ ਹੋਇਆਂ, ਹੱਥਾਂ ਨਾਲ ਇਮਾਨਦਾਰੀ ਦੀ ਰੋਟੀ ਕਮਾਉਂਦਿਆਂ ਹੋਇਆਂ ਜੋ ਜੀਵਨ ਬਤੀਤ ਕਰਦਾ ਆ ਨਾ ਸਾਧ ਸੰਗਤ ਜੀ, ਫਿਰ ਉਹ ਉਸ ਦੀ ਜੋ ਚਿੰਤਾ ਆ ਉਹ ਪਰਮ ਪਿਤਾ ਪ੍ਰਮਾਤਮਾ ਕਰਦਾ ਆ। ਰਵਿਦਾਸ ਪਏ ਨਿਹਚਿੰਤ ਹਮ, ਮਮ ਚਿੰਤ ਕਰੇਂਗੇ ਰਾਮ। ਕਿ ਭਾਈ ਜੋ ਜੀਵ ਹੱਥਾਂ ਨਾਲ ਇਮਾਨਦਾਰੀ ਦੀ ਰੋਟੀ ਕਮਾਉਂਦੇ ਨੇ, ਜੀਵਾਂ ਨਾਲ ਪ੍ਰਮਾਤਮਾ ਦਾ ਸਿਮਰਨ ਕਰਦੇ ਨੇ ਤੇ ਸੱਚ ਦੇ ਮਾਰਗ ਤੇ ਚੱਲਦੇ ਨੇ, ਫਿਰ ਉਹਨਾਂ ਨੂੰ ਆਪਣੀ ਚਿੰਤਾ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਪਰਮ ਪਿਤਾ ਪ੍ਰਮਾਤਮਾ ਖੁਦ ਉਹਨਾਂ ਦੀ ਚਿੰਤਾ ਕਰਦਾ ਹੈ। ਜੀਵਾ ਭਜੈ ਹਰਿ ਨਾਮ ਹਿਤ, ਹੱਥ ਕਰੈ ਨਿਤ ਕਾਮ। ਰਵਿਦਾਸ ਪਏ ਨਿਹਚਿੰਤ ਹਮ, ਮਮ ਚਿੰਤ ਕਰੇਂਗੇ ਰਾਮ। ਸੋ ਆਓ ਸਾਧ ਸੰਗਤ ਜੀ, ਅੱਜ ਦੇ ਪਾਵਨ ਤੇ ਪਵਿੱਤਰ ਸ਼ਲੋਕਾਂ ਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਨੂੰ ਸ਼੍ਰੇਸ਼ਟ ਕਰਮ ਕਰਨ ਦਾ ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ ਹੈ ਕਿ ਭਾਈ ਜਦੋਂ ਅਸੀਂ ਪ੍ਰਮਾਤਮਾ ਦੇ ਦਰਬਾਰ 'ਚ ਹਾਜ਼ਰ ਹੋਣਾ ਆ, ਸਾਡੇ ਕਰਮਾਂ ਦਾ ਹੀ ਹਿਸਾਬ ਹੋਣਾ ਸਾਧ ਸੰਗਤ ਜੀ ਉੱਤੇ। ਤੇ ਸਾਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਇਹੀ ਸਮਝਾ ਰਹੇ ਨੇ, ਭਾਵੇਂ ਸੁੱਖ ਹੋਵੇ ਦੁੱਖ ਹੋਵੇ ਸਾਧ ਸੰਗਤ ਜੀ, ਸ਼ੁਭ ਕਰਮ ਸਾਨੂੰ ਕਦੇ ਛੱਡਣੇ ਨਹੀਂ ਜੇ ਚਾਹੀਦੇ, ਨਾ ਹੀ ਸਾਨੂੰ ਫਲ ਦੀ ਜੋ ਆਸ ਰੱਖਣੀ ਚਾਹੀਦੀ ਹੈ ਸਾਧ ਸੰਗਤ ਜੀ, ਕਿਉਂਕਿ ਫਲ ਪਰਮ ਪਿਤਾ ਪ੍ਰਮਾਤਮਾ ਜਦੋਂ ਦਿੰਦਾ ਆ ਸਾਡੀ ਸੋਚ ਤੋਂ ਵੀ ਵੱਧ ਕੇ ਦਿੰਦਾ ਹੈ। ਫਲ ਦੀ ਆਸ ਤਿਆਗ ਕੇ ਸਾਨੂੰ ਸ਼ੁਭ ਕਰਮ ਕਰਨੇ ਚਾਹੀਦੇ ਨੇ ਸਾਧ ਸੰਗਤ ਜੀ। ਸੋ ਆਓ ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਤੋਂ, ਨਸ਼ਿਆਂ ਤੋਂ, ਮੈਂ ਮੇਰੀ ਦੇ ਹੰਕਾਰ ਤੋਂ, ਈਰਖਾ ਤੋਂ ਬਚੀਏ ਸਾਧ ਸੰਗਤ ਜੀ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਦਿਖਾਏ ਮਾਰਗ ਤੇ ਚੱਲੀਏ, ਹੱਥਾਂ ਨਾਲ ਇਮਾਨਦਾਰੀ ਦੀ ਰੋਟੀ ਕਮਾਈਏ, ਜੀਵਾਂ ਨਾਲ ਉਸ ਪ੍ਰਮਾਤਮਾ ਦਾ ਸਿਮਰਨ ਕਰੀਏ, ਤੇ ਜੋ ਵੀ ਰਸਤਾ ਸਾਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਿਖਾ ਰਹੇ ਨੇ ਉਸ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰੀਏ। ਪੜੋ, ਜੁੜੋ, ਸੰਘਰਸ਼ ਕਰੋ। ਬਾਬਾ ਸਾਹਿਬ ਨੇ ਵੀ ਸਾਨੂੰ ਇਹੀ ਸਮਝਾਇਆ ਸੀ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਵੀ ਇਹੀ ਸਾਨੂੰ ਸਮਝਾ ਰਹੇ ਨੇ। ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ, ਸਤ ਵਿਦਿਆ ਕੋ ਪੜੈ ਪ੍ਰਾਪਤ ਕਰੈ ਸਦਾ ਗਿਆਨ। ਰਵਿਦਾਸ ਕਹੈ ਬਿਨ ਵਿਦਿਆ ਨਰਕੋ ਜਾਨ ਅਜਾਨ। ਕਿ ਭਾਈ ਆਪਣੇ ਬੱਚਿਆਂ ਨੂੰ ਖੂਬ ਪੜਾਓ, ਸਕੂਲਾਂ ਕਾਲਜਾਂ ਦੀ ਪੜ੍ਹਾਈ ਕਰਾਓ ਤਾਂ ਜੋ ਵੱਡੇ ਵੱਡੇ ਅਫਸਰ ਬਣ ਸਕਣ, ਬਿਜ਼ਨਸਮੈਨ ਬਣ ਸਕਣ, ਰਾਜਨੀਤੀ ਦੇ ਵਿੱਚ ਉਹ ਆ ਸਕਣ ਸਾਧ ਸੰਗਤ ਜੀ, ਜੋ ਦੇਸ਼ ਦੇ ਹੁਕਮਰਾਨ ਬਣ ਸਕਣ, ਉਹਨਾਂ ਨੂੰ ਵਧੀਆ ਪੜ੍ਹਾਈ ਕਰਾਓ। ਤੇ ਜਿੱਥੇ ਵੀ ਸਾਨੂੰ ਲੱਗੇ ਭਾਈ ਸਾਡਾ ਜੋ ਫਾਲਤੂ ਖਰਚ ਹੁੰਦਾ ਉਹ ਖਰਚੇ ਘਟਾ ਕੇ ਅਸੀਂ ਬੱਚਿਆਂ ਦੀ ਪੜ੍ਹਾਈ ਤੇ ਲਾਈਏ, ਕਿਉਂਕਿ ਸਤਿਗੁਰੂ ਜੀ ਫਰਮਾਉਂਦੇ ਨੇ ਮਾਧੋ ਅਵਿਦਿਆ ਹਿਤ ਕੀਨ, ਕਿ ਭਾਈ ਸਿੱਖਿਆ ਤੋਂ ਬਗੈਰ ਅਸੀਂ ਸੱਚ ਤੇ ਝੂਠ 'ਚ ਫਰਕ ਨਹੀਂ ਜੇ ਕਰ ਸਕਦੇ। ਸਿੱਖਿਆ ਤੋਂ ਬਗੈਰ ਸਾਡੀ ਜੋ ਮੱਤ ਹੈ ਉਹ ਮਲੀਨ ਹੀ ਰਹਿੰਦੀ ਹੈ। ਸਤ ਵਿਦਿਆ ਕੋ ਪੜੈ ਜੋ ਪ੍ਰਾਪਤ ਕਰੇ ਸਦਾ ਗਿਆਨ। ਰਵਿਦਾਸ ਕਹੈ ਬਿਨ ਵਿਦਿਆ ਨਰਕੋ ਜਾਨ ਅਜਾਨ। ਤੇ ਸਾਧ ਸੰਗਤ ਜੀ ਸਕੂਲਾਂ ਕਾਲਜਾਂ ਦੀ ਪੜ੍ਹਾਈ ਦੇ ਨਾਲ ਨਾਲ ਸਾਨੂੰ ਗੁਰਬਾਣੀ ਦਾ ਗਿਆਨ ਵੀ ਆਪਣੇ ਬੱਚਿਆਂ ਨੂੰ ਦੇਣਾ ਚਾਹੀਦਾ। ਕਿਤੇ ਇਹ ਨਾ ਹੋਵੇ ਉਹ ਵੱਡੇ ਵੱਡੇ ਅਫਸਰ ਬਣ ਜਾਣ, ਵੱਡੇ ਵੱਡੇ ਬਿਜ਼ਨਸਮੈਨ ਨੇਤਾ ਬਣ ਜਾਣ ਤੇ ਮਨ ਦੇ ਵਿੱਚ ਉਹਨਾਂ ਦੇ ਵਹਿਮ ਭਰਮ ਅਡੰਬਰ ਫਸਿਆ ਰਵੇ। ਇਸ ਲਈ ਸਾਨੂੰ ਗੁਰਬਾਣੀ ਦਾ ਗਿਆਨ ਵੀ ਦੇਣਾ ਜ਼ਰੂਰੀ ਹੈ ਤਾਂ ਜੋ ਲੀਡਰ ਬਣ ਸਕਣ, ਸੱਚ ਦੇ ਮਾਰਗ ਤੇ ਚੱਲਣ ਵਾਲੇ ਬਣ ਸਕਣ ਤੇ ਜੋ ਜੀਵਦਾ ਹੈ ਜੀਵਾਂ ਦਾ ਭਲਾ ਕਰਨ। ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੂਮੱਖੀ ਰਾ। ਬਾਬਾ ਸਾਹਿਬ ਨੇ ਫਰਮਾਇਆ ਸੀ ਜੁੜੋ। ਸਤਿਗੁਰੂ ਜੀ ਸਮਝਾਣਾ ਕਰਦੇ ਨੇ ਭਾਈ ਸੱਚ ਦੇ ਨਾਲ ਅਸੀਂ ਜੁੜ ਕੇ ਰਹਿਣਾ ਹੈ। ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੂਮੱਖੀ ਰਾ, ਕਿ ਭਾਈ ਅਸੀਂ ਮਧੂਮੱਖੀਆਂ ਵਾਂਗੂ ਇੱਕ ਸਾਥ ਇਕੱਠੇ ਰਹੀਏ, ਪਰ ਜੁੜਨਾ ਅਸੀਂ ਸੱਚ ਨਾਲ ਹੈ ਸਾਧ ਸੰਗਤ ਜੀ, ਝੂਠ ਨਾਲ ਨਸ਼ਿਆਂ ਨਾਲ ਨਹੀਂ ਜੇ ਜੁੜਨਾ।
ਸੰਘਰਸ਼ ਕਰੋ ਪਰਾਧੀਨਤਾ ਪਾਪ ਹੈ, ਜਾਣ ਲਿਓ ਰਹਿ ਮੀਤ। ਰਵਿਦਾਸ ਦਾਸ ਪਰਾਧੀਨ ਸੋ ਕੌਣ ਕਰੈ ਹੈ ਪ੍ਰੀਤ। ਕਿ ਭਾਈ ਗੁਲਾਮਾਂ ਨਾਲ ਕੋਈ ਪਿਆਰ ਨਹੀਂ ਜੇ ਕਰਦਾ। ਤੇ ਸਾਧ ਸੰਗਤ ਜੀ, ਗੁਲਾਮੀ ਭਾਵੇਂ ਮਾਨਸਿਕ ਹੋਵੇ ਚਾਹੇ ਸਰੀਰਕ ਹੋਵੇ, ਪਾਪ ਹੈ। ਪਰਾਧੀਨਤਾ ਪਾਪ ਹੈ, ਤੇ ਇਸ ਪਾਪ ਤੋਂ ਬਾਹਰ ਆਉਣ ਵਾਸਤੇ ਅਸੀਂ ਸੰਘਰਸ਼ ਕਰਨਾ ਆ। ਤੇ ਜਦੋਂ ਸੰਘਰਸ਼ ਕਾਮਯਾਬ ਹੋ ਗਿਆ, ਫਿਰ ਅਸੀਂ ਸਭ ਦਾ ਹੀ ਭਲਾ ਮੰਗਣਾ। ਐਸਾ ਚਾਹੂੰ ਰਾਜ ਮੈਂ ਜਹਾਂ ਮਿਲੈ ਸਬਨ ਕੋ ਅੰਨ, ਛੋਟ ਬੜੇ ਸਭ ਸੰਭਸੈ, ਰਵਿਦਾਸ ਰਹਿ ਪ੍ਰਸੰਨ। ਪਰ ਕਾ ਬੁਰਾ ਨ ਰਾਖੋ ਚੀਤ, ਤੁਮਕੋ ਦੁੱਖ ਨਹੀਂ ਪਾਈ ਮੀਤ। ਕਿ ਭਾਈ ਸਭ ਦਾ ਭਲਾ ਮੰਗਿਆ ਕਰ। ਸਾਧ ਸੰਗਤ ਜੀ, ਬਹੁਤ ਵੱਡਾ ਸੱਚ ਹੈ ਕਿ ਜਦੋਂ ਅਸੀਂ ਸਭ ਦਾ ਭਲਾ ਮੰਗਦੇ ਨਾ ਪ੍ਰਮਾਤਮਾ ਕੋਲੋਂ, ਤੇ ਸਭ ਦਾ ਹੀ ਭਲਾ ਕਰਦੇ ਹਾਂ। ਪ੍ਰਮਾਤਮਾ ਸਭ ਤੋਂ ਪਹਿਲਾਂ ਉਸੇ ਦਾ ਹੀ ਭਲਾ ਕਰਦਾ ਹੈ। ਸੋ ਆਓ ਜੈਨੀਆਂ ਕਾ ਬੇਨਤੀਆਂ ਪ੍ਰਵਾਨ ਕਰੋ। ਸ਼ੁਭ ਕਰਮ ਕਰਦੇ ਰਹੀਏ ਸਾਧ ਸੰਗਤ ਜੀ, ਹੱਥਾਂ ਨਾਲ ਕਿਰਤ ਕਮਾਈਆਂ, ਜੀਵਾਂ ਨਾਲ ਪ੍ਰਮਾਤਮਾ ਦਾ ਸਿਮਰਨ ਕਰਦੇ ਰਹੀਏ, ਆਪਣੇ ਬੱਚਿਆਂ ਨੂੰ ਖੂਬ ਪੜਾਈਏ, ਰਲ ਮਿਲ ਕੇ ਰਹੀਏ ਸਾਧ ਸੰਗਤ ਜੀ। ਤੇ ਜਿੰਨੇ ਵੀ ਸਾਡੇ ਮਨ ਦੇ ਅੰਦਰ ਵਹਿਮ ਭਰਮ ਅਡੰਬਰ ਪਖੰਡ ਦਵੇਸ਼ ਨੇ, ਉਹਨਾਂ ਨੂੰ ਬਾਹਰ ਕੱਢੀਏ। ਸੋ ਇੰਨੀਆਂ ਕੁ ਬੇਨਤੀਆਂ ਜਿਹਦੀਆਂ ਪ੍ਰਵਾਨ ਕਰਨਾ। ਹੋਈਆਂ ਭੁੱਲਾਂ ਚੁੱਕਾਂ ਦੀਆਂ क्षमा, ਜੋ ਤੇਰੀ ਸ਼ਰਨਾਗਤਾ ਤਿਨ ਨਾਹੀ ਪਾਰ। ਊਚ ਨੀਚ ਤੁਮ ਤੇ ਤਰੇ, ਆਲਜ ਸੰਸਾਰ। ਸ਼ਲੋਕ ਹਰ ਸੋ ਹੀਰਾ ਛਾੜ ਕੈ, ਕਰੈ ਆਨ ਕੀ ਆਸ। ਤੇ ਨਰ ਦੋਜਕ ਜਾਹੀਂਗੇ, ਸਤ ਪਾਖੈ ਰਵਿਦਾਸ। ਤੇ ਨਰ ਦੋਜਕ ਜਾਹੀਂਗੇ, ਸਤ ਪਾਖੈ ਰਵਿਦਾਸ। ਜਪੋ ਜੀ ਸਤਨਾਮ 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 ਸੋਹੰ ਸਤਨਾਮ ਸਤਨਾਮ ਸਤ।